लाहौर में बेटी के अगवा के शक में मालिक मकान ने अपने ही किराएदार को गोलियां मारकर कत्ल कर दिया। ਇਹ ਫੋਨ ਤੇ ਗੱਲਾਂ ਕਰਦੀ ਪਈ ਏ। ਇਹ ਕੁੜੀ ਹੁਣ ਤੁਹਾਡੇ ਕੋਲ ਆ ਗਈ ਏ, ਇਹਨੂੰ ਜਿਹੜਾ ਨਾ ਤੁਸੀਂ ਕੱਪੜੇ ਕੁਪੜੇ ਬਣਾ ਕੇ ਦਿਓ, ਇਹਦਾ ਹੁਣ ਦਿਲ ਲਾਓ। ਮੈਂ ਨਿਯਤ ਕਰਕੇ ਕਿਨਾ ਤੇ ਫਿਰ ਮੈਂ ਇਹਨਾਂ ਨੂੰ ਫਾਇਰ ਮਾਰੇ ਨੇ। अस्सलाम वालेकुम, मैं हूं फराद निज़ाम और आप देख रहे हैं उर्दू पॉइंट। लाहौर के इलाके नवाब टाउन में मालिक मकान ने अपने किराएदार को कत्ल कर दिया। मुलजिम को शक था कि मकतूल ने उसकी बेटी को अगवा करवाया है। क्या वाकई में मकतूल ने मुलजिम की बेटी को अगवा किया था? आइए चलकर मुलजिम से जानते हैं। वलायत, आपने मकतूल को क्यों कत्ल किया और कौन था मकतूल? ਤੇ ਇਹਦਾ ਨਾਂ ਹੈਗਾ ਜਿਹੜੀ ਰਬੀਨਾ ਔਰਤ ਹੈ ਨਾ, ਇਹ ਬਾਤ ਚੱਲਣ ਔਰਤਾਂ ਹਨ ਤਿੰਨੇ। ਤੇ ਇਹ ਇੱਕ ਦਿਨ ਆਈਆਂ ਨੇ ਮੇਰੇ ਕੋਲ ਵੀ, ਅਸੀਂ ਇਹਨੂੰ ਬਾਜ਼ਾਰ ਲੈ ਕੇ ਜਾਣਾ ਬੇਟੀ ਨੂੰ। ਮੈਂ ਉਹਨੂੰ ਸਖਤੀ ਨਾਲ ਮਨਾ ਕੀਤਾ ਵੇ ਕਿ ਮੈਂ ਆਪਣੀ ਬੇਟੀ ਨੂੰ ਘਰੋਂ ਬਾਹਰ ਨਹੀਂ ਜਾਣ ਦਿੰਦਾ। ਤੇ ਉਹ ਫਿਰ ਉਹਨਾਂ ਨੇ ਚਲੀ ਗਈ ਵਾਪਸ। ਕੁਝ ਦਿਨ ਗੁਜ਼ਰੇ ਨੇ ਤੇ ਫਿਰ ਆ ਗਈ ਜੀ, ਅਸੀਂ ਮਹਿੰਦੀ ਲਵਾਉਣੀ ਹੈ ਤੇ ਸਾਡੇ ਘਰ ਕੱਲ। ਮੈਂ ਫਿਰ ਸਖਤੀ ਨਾਲ ਉਹਨੂੰ ਮਨਾ ਕੀਤਾ ਕਿ ਮੈਂ ਆਪਣੀ ਬੇਟੀ ਨੂੰ ਆਪਣੇ ਘਰੋਂ ਬਾਹਰ ਨਹੀਂ ਜਾਣ ਦਿੰਦਾ ਹੈਗਾ। ਕੁਛ ਦਿਨ ਗੁਜ਼ਰੇ ਨੇ ਤੇ ਇਹ ਫਿਰ ਆਈ ਹੈ। ਇਹਦੇ ਮੈਂ ਦੂਸਰੀ ਰਿਆਨਾ ਜਿਹੜੀ ਹੈ ਉਸ ਦੇ ਬੱਚੇ ਦੀ ਮੈਂ ਹਰਕਤ ਵੇਖੀ ਹੈ। ਮੈਂ ਉਹਨੂੰ ਵੀ ਸਖਤੀ ਨਾਲ ਮਨਾ ਕੀਤਾ ਵੇ ਕਿ ਭਾਈ ਮੇਰੇ ਘਰ ਦੇ ਵਿੱਚ ਐਸਾ ਨਹੀਂ ਕੰਮ ਕਰਨਾ। ਜਿਸ ਦਿਨ ਆਈਆਂ ਨੇ ਉਸ ਦਿਨ ਵੀ ਮੈਂ ਕਿਹਾ ਸੀ ਕਿ ਮੇਰੇ ਘਰ ਦੇ ਵਿੱਚ ਰਹਿਣਾ ਤੇ ਧੀਆਂ ਪੁੱਤਰਾਂ ਤਰ੍ਹਾਂ ਰਹਿਣਾ ਵੇ, ਤਾਂ ਕਿ ਮੇਰੇ ਘਰ ਦੇ ਵਿੱਚ ਕੋਈ ਤੁਹਾਡਾ ਲਾਮਾ ਨਾ ਆਵੇ। किराएदार कौन थी? रेहाना, रुबीना कौन थी? ਰਿਆਨਾ ਮੇਰੀ ਜਿਹੜੀ ਨਾ ਉਹ ਕਿਰਾਏਦਾਰ ਸੀ ਤੇ ਜਿਹੜੀ ਰਬੀਨਾ ਵੇ ਇਹ ਨਾਲ ਕਿਰਾਏਦਾਰ ਸੀ। ਲੇਕਿਨ ਇਹ ਤਿੰਨੇ ਸਹੇਲੀਆਂ ਲੈ ਕੇ ਵੀ ਇਹੀ ਆਈ ਸੀ, ਰਬੀਨਾ ਹੀ ਲੈ ਕੇ ਆਈ ਸੀ ਇਹਨਾਂ ਨੂੰ। ਤੇ ਇਹਨਾਂ ਨੂੰ ਮੈਂ ਜਦੋਂ ਮੋੜਿਆ ਵੇ ਤੇ ਇਹਨਾਂ ਨੇ 12 ਰਬੀਉਵਲ ਵਾਲੇ ਦਿਨ ਫਿਰ ਆ ਗਈਆਂ ਨੇ ਜੀ ਸਾਡੇ ਨਾਲ ਕੱਲ ਅਸੀਂ ਪਹਾੜੀਆਂ ਵੇਖਣ ਜਾਣਾ। ਮੈਂ ਫਿਰ ਸਖਤੀ ਨਾਲ ਮਨਾ ਕੀਤਾ, ਮੈਂ ਬੱਚੀ ਨੂੰ ਆਪਣੇ ਨਹੀਂ ਬਾਹਰ ਭੇਜਦਾ ਹੈਗਾ। ਮੈਂ ਜਦੋਂ ਵੀ ਕਿਤੇ ਲਿਜਾਵਾਂ ਮੈਂ ਬੱਚੀ ਨੂੰ ਆਪ ਲਿਜਾਣਾ ਵਾਂ। ਇਹਨਾਂ ਨੇ ਕਿਹਾ ਕਿ ਨਹੀਂ ਤੂੰ ਨਾਲ ਚੱਲ। ਮੈਂ ਫਿਰ ਇਹਨਾਂ ਦੇ ਨਾਲ ਗਿਆ ਵਾਂ, ਜਾ ਕੇ ਕਿਨਾ ਤੇ ਇਹਨਾਂ ਨੂੰ ਸਾਰਾ ਵਹਾ ਕੇ ਲਿਆਇਆ ਪਹਾੜੀਆਂ ਪੌੜੀਆਂ। ਮੈਂ ਫਿਰ ਜਦੋਂ ਇਹਨਾਂ ਦੀ ਰੈਕੀ ਕੀਤੀ ਹੈ ਨਾ, ਬੇਟੀ ਮੇਰੀ ਲੈ ਗਏ ਨੇ, ਮੈਂ ਇਹਨਾਂ ਦੀ ਰੈਕੀ ਕੀਤੀ। ਉਦੋਂ ਮੈਂ ਇਹਨਾਂ ਦੇ ਸਾਰਾ ਵੇਖਿਆ ਵੇ ਲੋਕਾਂ ਦੇ ਨਾਲ ਫਿਰਦਿਆਂ। ਇਹਨਾਂ ਦੀ ਅੱਜ ਸੀਡੀ ਕਢਾ ਕੇ ਵੇਖ ਲਓ, ਤੁਹਾਨੂੰ ਆਪੇ ਪਤਾ ਲੱਗ ਜਾਏਗਾ ਕਿ ਕਿੰਨੇ ਕੁ ਲੋਕ ਇਹਨਾਂ ਦੇ ਸੱਜਣ ਨੇ ਤੇ ਕਿੰਨੀ ਕੁ ਇਹਨਾਂ ਦੀ ਯਾਰੀ ਚੱਲ ਰਹੀ ਹੈ। ਇਹਨਾਂ ਨੇ ਫਿਰ ਇਸ ਚੀਜ਼ ਤੇ ਪਲੈਨਿੰਗ ਕਰਕੇ ਕਿਨਾ ਤੇ ਇਹਨਾਂ ਮੇਰੀ ਧੀ ਕੱਢ ਲਈ। ਮੈਂ ਮਹੀਨਾ ਪੂਰਾ ਮੰਜੀ ਤੇ ਬਿਮਾਰ ਪਿਆ ਰਿਹਾ ਵਾਂ, ਬਹੁਤ ਸਖਤ ਬਿਮਾਰ ਹੋਇਆ ਰਿਹਾ ਵਾਂ। ਮਹੀਨੇ ਤੋਂ ਬਾਅਦ ਮੈਂ ਜਦੋਂ ਥੋੜ੍ਹਾ ਜਿਹਾ ਤੰਦਰੁਸਤ ਹੋਇਆ, ਫਿਰ ਵਿੱਚ ਮੈਂ ਜਿਹੜਾ ਨਾ ਜਦੋਂ ਉੱਠਣ ਜੋਗਾ ਹੋਇਆ, ਫਿਰ ਮੈਂ ਇੱਕ ਦਿਨ ਚੌਕ ਦੇ ਵਿੱਚ ਬੈਠਾ ਵਾਂ ਤੇ ਇਹ ਬਾਹਰੋਂ ਕੰਮ ਤੋਂ ਦੋਵੇਂ ਜੀ ਆਏ ਨੇ। कौन? ਇਹ ਰਿਆਨਾ ਤੇ ਇਹਦਾ ਬੰਦਾ ਜਿਹੜਾ ਮਰਿਆ ਵੇ, ਇਹ ਦੋਵੇਂ किराएदार हैं आपके? ਇਹ ਮੇਰੇ ਕਿਰਾਏਦਾਰ ਸਨ। ਜਿਸ ਦਿਨ ਇਹ ਘਰੋਂ ਫਿਰੇ ਆ ਬੰਦਾ ਜਿਹੜਾ ਮਰਿਆ ਵੇ, ਇਹ ਤੇ ਰਿਆਨਾ, ਇਹ ਮੇਰੇ ਘਰੋਂ ਲਿਜਾ ਕੇ ਤੇ ਆਪਣੇ ਸਾਲੇ ਦੇ ਨਾਲ ਇਹਨਾਂ ਨੇ ਪੈਟਰੋਲ ਪੰਪ ਤੇ ਘੱਲੀ ਹੈ। ਪੈਟਰੋਲ ਪੰਪ ਤੇ ਕੁੜੀ ਮੇਰੀ 8 ਦਿਨ ਰਹੀ ਹੈ। ਫਿਰ ਇਹਨਾਂ ਦੀਆਂ ਮੈਂ ਫੋਨਾਂ ਤੇ ਗੱਲਾਂ ਸੁਣਦਾ ਰਿਹਾ ਵਾਂ। ਕੁਛ ਦਿਨ ਗੁਜ਼ਰੇ ਨੇ ਤੇ ਫਿਰ ਇੱਕ ਦਿਨ ਮੈਂ ਲੰਮਾ ਪਿਆ ਵਾਂ ਤੇ ਫਿਰ ਇਹਨਾਂ ਦੀਆਂ ਮੈਂ ਇਹ ਫੋਨ ਤੇ ਗੱਲਾਂ ਕਰਦੀ ਪਈ ਹੈ ਕਿ ਇਹ ਕੁੜੀ ਹੁਣ ਤੁਹਾਡੇ ਕੋਲ ਆ ਗਈ ਹੈ ਤੇ ਇਹਨੂੰ ਜਿਹੜਾ ਨਾ ਤੁਸੀਂ ਕੱਪੜੇ ਕੁਪੜੇ ਬਣਾ ਕੇ ਦਿਓ, ਇਹਨੂੰ ਫਰਾਓ ਇਹਦਾ ਹੁਣ ਦਿਲ ਲਾਓ। अच्छा, आपको पता था कि आपकी बच्ची अगवा हो गई है? ਹਾਂ, ਜਦੋਂ ਘਰੋਂ ਮੈਨੂੰ ਫੋਨ ਕਰਕੇ ਕੰਮ ਤੋਂ ਬੁਲਾਇਆ ਬੱਚਿਆਂ ਨੇ ਕਿ ਸਾਦੀਆ ਨਹੀਂ ਲੱਭ ਰਹੀ ਹੈਗੀ। कितनी उम्र थी बच्ची? ਉਹ 18 ਸਾਲ पढ़ती थी बच्ची? 5 ਪੜ੍ਹੀ ਹੈ। ਫਿਰ ਮੈਂ ਇਹਨਾਂ ਦੇ ਪਿੰਡ ਗਿਆ ਤੋਂ ਫਿਰ ਮੁੰਡਿਆਂ ਨੇ ਮੈਨੂੰ ਕਿਹਾ ਕਿ ਤੈਨੂੰ ਭਾਵੇਂ ਜੋ ਮਰਜ਼ੀ ਕਰ ਲੈ, ਤੈਨੂੰ ਇਹਨਾਂ ਬਾਹਾਂ ਕੋ ਨਹੀਂ ਦੇਣੀਆਂ। ਮੈਂ ਫਿਰ ਉੱਥੋਂ ਜਿਹੜਾ ਵਾਪਸ ਆ ਗਿਆ, ਮੈਂ ਵਾਪਸ ਆਣ ਕੇ ਕਿਨਾ ਤੇ ਫਿਰ ਮੈਂ ਆਪਣਾ ਇੱਕ ਦਿਨ ਲੱਗਾ ਖੁਦਕਸ਼ੀ ਕਰਨ ਕਿ ਇਸ ਗੱਲ ਨਾਲ ਤੇ ਡੁੱਬ ਕੇ ਮਰ ਜਾਵਾਂ, ਉਹ ਚੰਗਾ ਵੇ। ਤੇ ਫਿਰ ਮੈਂ ਸੋਚਿਆ ਕਿ ਡੁੱਬਣਾ ਜਿਹੜਾ ਨਾ ਉਹ ਨਹੀਂ, ਛੇਤੀ ਮਰਿਆ ਜਾਣਾ, ਤੇ ਉਹਦੇ ਨਾਲੋਂ ਪਿਸਟਲ ਕਿਸੇ ਕੋਲ ਲੈ ਕੇ ਨਾ ਤੇ ਆਪਣੇ ਆਪ ਨੂੰ ਕੰਨ ਪੱਟੀ ਤੇ ਰੱਖ ਕੇ ਕਿਨਾ ਤੇ ਫਾਇਰ ਮਾਰ ਲਵਾਂ। ਫਿਰ ਮੈਂ ਤਿਆਰੀ ਕਰ ਲਈ, ਸਾਰੀ ਤਿਆਰੀ ਕਰ ਲਈ, ਕਰ ਕੁਰ ਕੇ ਕਿਨਾ ਤੇ ਮੈਂ ਲੱਗਾ ਵਾਂ ਆਪਣੇ ਆਪ ਨੂੰ ਫਾਇਰ ਮਾਰਨ ਲੱਗਾ। ਲੇਕਿਨ ਮੈਂ ਜਦੋਂ ਵੇਖਿਆ ਨਾ ਕਿ ਖੁਦਕਸ਼ੀ ਹਰਾਮ ਹੈਗੀ ਹੈ, ਮਜ਼ਹਬ ਦੇ ਵਿੱਚ ਨਹੀਂ ਹੈਗੀ, ਫਿਰ ਮੈਂ ਸੋਚਿਆ ਕਿ ਜੇ ਇਹਨੂੰ ਜੋ ਆਪ ਜੋ ਮਰਨਾ ਦੋਜ਼ਖ ਨੂੰ ਜਾਣਾ ਤੇ ਉਹਦੇ ਨਾਲੋਂ ਇਹਨਾਂ ਨੂੰ ਕਿਉਂ ਨਾ ਮੈਂ ਮਾਰਾਂ। ਉਹ ਫਿਰ ਮੈਂ ਨਿਯਤ ਕਰਕੇ ਕਿਨਾ ਤੇ ਫਿਰ ਮੈਂ ਇਹਨਾਂ ਨੂੰ ਫਾਇਰ ਮਾਰੇ ਨੇ ਕਿ ਮੇਰੇ ਨਾਲ ਮੇਰੇ ਹੀ ਘਰ 'ਚ ਬਹਿ ਕੇ ਮੇਰੇ ਨਾਲ ਹੀ ਇਹਨਾਂ ਨੇ ਇਸ ਤਰ੍ਹਾਂ ਕੀਤਾ। ਇਹਨਾਂ 3 ਬਦ ਚੱਲਣ ਔਰਤਾਂ ਨੇ। कितनी गोलियां मारी और कहाँ कत्ल किया? ਗਲੀ ਦੇ ਵਿੱਚ, ਬਾਹਰ ਗਲੀ ਦੇ ਵਿੱਚ ਮਾਰਿਆ। ਇੱਕ ਫਾਇਰ ਉਹਨੂੰ ਅੰਦਰ ਮਾਰਿਆ, ਦੂਜਾ ਫਾਇਰ ਉਹਨੂੰ ਫਿਰ ਮੈਂ ਬਾਹਰ ਮਾਰਿਆ। ਫਿਰ ਮੈਂ ਜਾ ਕੇ ਪੁੱਛਿਆ ਨਾ, जब अंदर एक फायर मारा वो बाहर भाग गया था? ਬਾਹਰ ਆ ਗਿਆ ਨਾ, मर गया था उसी टाइम? ਆਣ ਉੱਥੇ ਫਿਰ ਗਲੀ ਵਿੱਚ ਹੀ ਉਹ ਡਿੱਗ ਪਿਆ ਵੇ। ਜਦੋਂ ਮੈਂ ਪੁੱਛਿਆ ਨਾ ਕਿ ਸਾਦੀਆ ਕਿੱਥੇ ਵੇ, ਕਹਿੰਦੇ ਸਾਨੂੰ ਕੀ ਪਤਾ ਹੋਵੇ। ਮੈਂ ਕਿਹਾ ਵੇਖ, ਮੈਂ ਸਾਰਾ ਪਤਾ ਕਰਕੇ ਆਇਆ ਵਾਂ। ਤੂੰ ਆਪਣੇ ਭਰਾ ਦੇ ਨਾਲ ਇੱਥੋਂ ਕੱਢ ਕੇ ਤੁਸੀਂ ਦੋਵਾਂ ਜੀਆਂ ਨੇ ਲਿਜਾ ਕੇ ਜ਼ਬਰਦਸਤੀ ਮੇਰੀ ਧੀ ਨੂੰ ਉੱਥੇ ਭੇਜਿਆ ਵੇ ਪੈਟਰੋਲ ਪੰਪ ਤੇ ਉੱਥੋਂ ਤੁਸੀਂ ਨਿਕਾਹ ਕਰਕੇ ਤੇ ਪਿਛਾਂ ਪਿੰਡ ਭੇਜ ਦਿੱਤਾ ਵੇ। ਮੈਂ ਕਿਹਾ ਜਿਹਦੇ ਵਿੱਚੋਂ ਇਸ ਟਾਈਮ ਉਹ ਪਾਕ ਪਤਨ ਬੈਠੇ ਨੇ। नहीं, ये बताएं कि आपकी बेटी की रजामंदी होगी तो निकाह हुआ है? ਨਹੀਂ, ਕੋਈ ਰਜ਼ਾਬੰਦੀ ਨਹੀਂ ਸੀ ਹੈਗੀ, ਕਿਉਂਕਿ ਮੇਰੀ ਬੇਟੀ ਨੂੰ ਖੁਦ ਪਤਾ ਸੀ ਕਿ ਮੈਨੂੰ ਜਿਹੜਾ ਮੇਰਾ ਬਾਪ ਇੰਨੀ ਸਖਤੀ ਕਰਦਾ ਵੇ ਨਾ ਤੇ ਮੇਰੇ ਬਾਪ ਨੇ ਬਾਹਰ ਨਹੀਂ ਨਿਕਲਣ ਦੇਣਾ।
ਤੇ ਇਹਨਾਂ ਨੇ ਬਦੋ ਬਦੀ ਜਿਹੜਾ ਨਾ ਉਹਨੂੰ ਕਿਹਾ ਨੇ ਕਿ ਆ ਸੜਕ ਤੋਂ ਕੋਈ ਚੀਜ਼ ਪਤਾ ਨਹੀਂ ਕੀ ਸਮਾਨ ਦਾ ਨਾਂ ਲਿਆ ਨੇ, ਉੱਥੋਂ ਆਪਾਂ ਚੁੱਕ ਕੇ ਲਗੇ ਆਣੇ ਆ। आपकी इसी सख्ती की वजह से तो नहीं भाग गई वो? ਨਹੀਂ 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 ਮੈਂ ਬੇਟੀ ਨੂੰ ਆਪਣੀ ਨੂੰ ਮੂੰਹ 'ਚ ਇੱਕ ਲਫ਼ਜ਼ ਵੀ ਕੱਢੇ ਨਾ ਕਿ ਮੈਨੂੰ ਇਹ ਚੀਜ਼ ਚਾਹੀਦੀ, ਮੈਂ ਉਸੇ ਵੇਲੇ ਉਹਨੂੰ ਲਿਆ ਕੇ ਦਿੰਦਾ ਸਾਂ, ਬਲਕਿ ਉਹਨੂੰ ਨਾਲ ਲੈ ਕੇ ਜਾਂਦਾ ਸਾਂ ਕਿ ਬੇਟੀ ਤੂੰ ਆਪਣੀ ਮਰਜ਼ੀ ਨਾਲ ਜਿਹੜੀ ਚੀਜ਼ ਲੈਣੀ ਲੈ ਲੈ। जब आपको पता चल गया था कि आपकी बच्ची अगवा हो गई है और उसका निकाह कर दिया ज़बरदस्ती, तो कानूनी कार्रवाई क्यों नहीं करवाई? ਕਾਨੂੰਨੀ ਕਾਰਵਾਈ ਇਸ ਤੋਂ ਨਹੀਂ ਸੀ ਕਰਵਾਈ ਕਿ ਮਾੜੇ ਬੰਦੇ ਸਾਂ, ਪੈਸਾ ਕੋਲ ਕੋਈ ਨਹੀਂ ਸੀ, ਇਹਨਾਂ ਨੇ ਮੁਲਾਜ਼ਮਾਂ ਕਹਿਣਾ ਕਿ ਚੱਲੀਏ ਉੱਥੇ ਛਾਪਾ ਮਾਰਨ ਤੇ ਇੰਨੇ ਪੈਸੇ ਮੇਰੇ ਕੋਲ ਨਹੀਂ ਸੀ ਹੈਗੇ। तो आपने कानून हाथ में ले लिया। ਕਾਨੂੰਨ ਫਿਰ ਮੇਰੀ ਮਜਬੂਰੀ ਸੀ, ਫਿਰ ਜਾਂ ਫਿਰ ਖੁਦਕਸ਼ੀ ਕਰਦਾ ਤੇ ਫਿਰ ਮੇਰੇ ਬੱਚਿਆਂ ਦਾ ਕੌਣ ਜ਼ਿੰਮੇਦਾਰ ਸੀ। बच्ची को पता है कि आपने कत्ल कर दिया, बच्ची वापस आने के लिए तैयार है? ਮੈਨੂੰ ਪਤਾ ਹੁਣ ਮੈਂ ਕਿਹੜਾ ਕੋ ਉੱਥੇ ਗਿਆ, ਮੈਂ ਤਾਂ ਹੁਣ ਉਹਨਾਂ रब्ता नहीं किया बच्ची ने? ਨੇ ਨਹੀਂ ਕੋਈ ਰਾਬਤਾ ਨਹੀਂ ਕੀਤਾ ਮੇਰੇ ਸਾਥ। इसका मतलब वो वहाँ पे खुश होगी? नहीं मुश्किल होगी, बहुत मुश्किल खुश होगी, क्योंकि ज़बरदस्ती लेके गए ना, या तो वो ज़बरदस्ती अगर लेके गए हैं तो वो वहाँ से आपसे रब्ता तो करे कि मुझे ज़बरदस्ती लेके आए, मेरे से शादी कर रहे हैं ज़बरदस्ती। सर जिसके साथ इन्होंने निकाह किया ना वो कभी इधर आया ही नहीं था। अगर वो इधर आता, घर में मारे आता या उनकी कोई चाल चलन में देखता, फिर मैं कहता कि हो सकता है मेरी बच्ची इहदे नाल लव मैरिज करके गई हो, लेकिन वो तो इधर कभी आया नहीं। लेकिन ज़बरदस्ती तो इन्होंने की, इन्हें मेरी किराएदार ने नहीं तो मेरे किराएदार ने ਤੇ ਨਾਲ ਤਲੀ ਪਿੱਛੋਂ ਦੇਣ ਸਪੋਰਟ ਪਿੱਛੋਂ ਕਰਨ ਡਈ ਹੈ ਰਬੀਨਾ ਕਿ ਨਹੀਂ ਇਹਨੂੰ ਜਿਹੜਾ ਨਾ ਇਹਨੂੰ ਮੈਂ 3 ਵਾਰੀ ਲੈਣ ਗਈ ਹਾਂ ਨੇ ਮੇਰੇ ਨਾਲ ਕਿਤੇ ਕੁੜੀ ਨੂੰ ਨਹੀਂ ਟੋਰਿਆ। पिस्तौल कहाँ से लिया था? ਪਿਸਤੌਲ तो किसी दोस्त को लिया था, ਸਿਰਫ ਇਸੇ ਲਿਆ ਤਾਂ ਸਿਰਫ ਆਪਣੀ ਖੁਦਕੁਸ਼ੀ ਕਰਨ ਵਾਸਤੇ ਸੀ। ਲੇਕਿਨ ਜਦੋਂ ਫਿਰ ਮੈਂ ਮਜ਼ਹਬ ਦੇ ਵਿੱਚ ਹਰਾਮ ਵੇਖਿਆ ਵੇ ਤੇ ਫਿਰ ਮੈਂ ਸੋਚਿਆ ਵੇ ਕਿ ਦੋਜ਼ਖ ਨੂੰ ਜਾਣ ਨਾਲੋਂ ਆਪਣੇ ਬੱਚੇ ਰੋਲਣ ਨਾਲੋਂ ਨਾ ਫਿਰ ਇਹਨਾਂ ਨੂੰ ਕੋਈ ਸਬਕ ਸਿਖਾ ਜਾਵਾਂ ਤਾਂ ਕਿ ਅਗਾਂ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਦੀ ਧੀ ਭੈਣ ਨਾਲ ਇਸ ਤਰ੍ਹਾਂ ਇੱਜ਼ਤ ਨਾਲ ਨਾ ਖੇਡਣ। ਇਹ ਫਿਰ ਮੈਂ ਮਜਬੂਰਨ ਫਿਰ ਇਹਨਾਂ ਨਾਲ ਇਹ ਕਦਮ ਚੁੱਕਿਆ। कितने का लिया था, किससे लिया था? 20,000 का लिया था। ਪਿੰਡ ਦਾ ਮੁੰਡਾ ਹੈਗਾ ਸੀ ਉਹਦੇ ਕੋਲ, ਫਿਰ ਮੈਂ ਲਿਆ ਸੀ, ਉਹਨੂੰ ਨਹੀਂ ਮੈਂ ਦੱਸਿਆ ਸੀ ਕਿ ਮੈਂ ਇਸ ਕੰਮ ਲਈ ਲੈਣਾ ਮੈਂ। ये हमारे साथ मुलजिम मौजूद है। अब चलते हैं इन्वेस्टिगेशन इंचार्ज नवाब टाउन के पास और उनसे जानते हैं। अब तक की जो तफ्तीश में जो बात सामने आई है वो ये है कि जो मालिक मकान है, एक इसकी बेटी थी सादिया, वो उसने अपनी पसंद से शादी कर ली थी और वो घर से भाग गई थी। तो इसको ये शक था कि उसके भगाने में जो है ये जो किराएदार है अमीर हमज़ा और इसकी बीवी इसका हाथ है। तो बाद में जब पता चलता है कि जो इसकी जो मकतूल है इसकी बीवी रिहाना, उसके भाई के साथ उसकी शादी हो जाती है और वो उसको पाक पतन में ले जाते हैं। तो इसके अलावा जो है चूँकि एक ही मुलज़म था इसमें, उसको अल्हम्दुलिल्लाह हमने अल्लाह के फजल से बड़ी जल्दी जो है ना उसको अरेस्ट कर लिया है और अब इसका चालान जो है ना वो सेंट रिपोर्ट भिजवाया जाएगा। इससे आला कत्ल जो है वो पिस्टल 30 बोर बरामद हो चुका है। इसके अलावा इसमें जो है कोई अमर जो है वो बकाया नहीं है। अच्छा, ये भी बताइएगा कि मुलजिम को कब पता चला कि उसकी बेटी अगवा हो गई है? इसमें जो पुलिस के पास इसने कोई शिकायत नहीं की थी, ये इसको 1 माह बाद पता चलता है जब उसको पता चलता है कि इसने शादी अपनी मर्ज़ी से कर ली है और ये वहाँ पे रिहाइश पजीर है। तो इस दौरान ये अपने तौर पे उसको तलाश करता रहता है और इस बिना पे इनकी आपस में कुछ छोटी मोटी जो है वो चपकलश भी जारी रहती है, तानों से और कुछ तंज से, कुछ कभी वो इनको कुछ कह देते थे, कभी वो इनको कुछ कह देते थे। तो 1 माह बाद इसको जो है ना वो पता चला कि जो उसकी बेटी है वो उसने अपनी मर्ज़ी से शादी कर ली है और मकतूल का जो साला है उसके साथ उसने निकाह कर लिया है और वो पाक पतन के रहने वाले हैं। अच्छा, मकतूल का साला इनके घर भी आता था, लड़की की दोस्ती कैसे हुई? बिल्कुल ये उनके घर इसका आना जाना था क्योंकि उसकी बहन का घर था ये, और बज़रिया फ़ोन पे भी इनका रब्ता पॉसिबल था। इसके अलावा चूँकि इनके बड़े मतलब ऊपर वाले फ्लोर पे ये मालिक मकान रह रहा था और नीचे वाले जो है उस पर ये जो मकतूल है वो रिहाइश पजीर था, तो कोई इतना लंबा चौड़ा फासला भी नहीं था। तो बस इस बहकावे में आके और इस सोशल मीडिया की जो है बदकिस्मती से जो गलत जो ट्रेंड चल पड़ा है हमारे माशरे में, उसकी वजह से जो है ना ये कई घर तबाह हो गए हैं। ये बताइएगा मकतूल करता जाता? मकतूल जो है ये अमीर हमज़ा, इसकी उम्र को 35-36 साल थी और ये मेहनत मजदूरी करके अपने बच्चों के पेट पालता था। इसके 3 छोटे बेटे हैं और अब बेवा है जो इसकी मुकदमे की मुद्दइया बनी है।
कोई ऐसे कोई बहुत ज़्यादा इनके पास कोई फाइनेंशियली बेचारे वो नहीं है, गरीब लोग हैं, मेहनत मजदूरी करके अपना बच्चों का पेट पालते हैं। अगवा की गई लड़की, उसको पुलिस अब बाजियाब करवाएगी क्योंकि निकाह तो हो गया है। नहीं, उसकी हमारे पास कोई ऐसे ना कोई कंप्लेंट आई है, ना उसकी कोई एफआईआर दर्ज हुई है। तो ये बकौल मुलज़म के ही था, और जो अब तक की जो वजह सामने आई है उसमें ही पता चला है। ऐसे कोई लिखी पढ़ी बात उसमें नहीं है कि हमारे पास कोई इत्ला आई हो या हमने कोई उस पर एफआईआर वगैरह दर्ज हुई हो, ऐसा कुछ भी नहीं है। ये हमारे साथ मोहम्मद कमर साजिद मौजूद है। आपने इनकी गुफ्तगू सुनी, मुलजिम को गिरफ्तार करके आला कत्ल बरामद कर लिया है। हमें इजाज़त दीजिए, खुदा हाफिज़।